ਸਭ ਜੀ ਨੂੰ ਸਤਿ ਸ੍ਰੀ ਅਕਾਲ। ਬੱਚੋ, ਅੱਜ ਅਸੀਂ ਕਰ ਰਹੇ ਹਾਂ ਜਮਾਤ 12ਵੀਂ ਦਾ ਕਿਸ਼ੋਰ ਨਾਵਲ ਹੈ। ਇੱਕ ਕਿਸ਼ੋਰ ਅਵਸਥਾ ਦੇ ਉੱਪਰ ਲਿਖਿਆ ਹੋਇਆ ਨਾਵਲ ਹੈ ਜੋ ਕਿ ਮਨੋਵਿਗਿਆਨਿਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਜਗਦੀਸ਼ ਕੌਸ਼ਲ ਜੀ ਦੁਆਰਾ ਲਿਖਿਆ ਹੋਇਆ ਗਵਾਚਿਆ ਮੁੰਡਾ। ਗਵਾਚਿਆ ਮੁੰਡਾ ਕਿਸ਼ੋਰ ਨਾਵਲ ਯਾਨੀ ਕਿ ਇੱਕ ਬਾਲ ਨਾਵਲ ਹੈ ਜੋ ਕਿ ਜਗਦੀਸ਼ ਕੌਸ਼ਲ ਜੀ ਦੁਆਰਾ ਲਿਖਿਆ ਹੋਇਆ ਹੈ। ਬੱਚੋ, ਤੁਹਾਡਾ ਸਾਡੇ YouTube ਚੈਨਲ 'ਤੇ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਗਵਾਚਿਆ ਮੁੰਡਾ ਇੱਕ ਕਿਸ਼ੋਰ ਨਾਵਲ ਹੈ ਅਤੇ ਇਹ ਪੰਜਾਬੀ ਦੇ ਜਾਣੇ ਪਹਿਚਾਣੇ ਗਲਪਕਾਰ ਜਗਦੀਸ਼ ਕੌਸ਼ਲ ਜੀ ਦੀ ਰਚਨਾ ਹੈ ਅਤੇ ਇਸ ਦਾ ਜੋ ਮੁੱਖ ਪਾਤਰ ਹੈ ਉਹ ਹੈ ਘੋਗਾ। ਇਹ ਮੁੰਡਾ ਹੈ, ਇਸ 'ਚ 12-13 ਸਾਲ ਦਾ, ਕਿਸ਼ੋਰ ਅਵਸਥਾ ਦਾ ਹੈ। ਉਸ ਦੀ ਮਾਨਸਿਕ ਅਵਸਥਾ ਅਤੇ ਮਨੋਵਿਗਿਆਨਿਕ ਅਵਸਥਾ ਨੂੰ ਪੇਸ਼ ਕੀਤਾ ਗਿਆ ਹੈ ਜੋ ਕਿ ਜਿਸ ਦਾ ਨਾਮ ਹੈ ਘੋਗਾ। ਬੱਚੋ, ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਲਾਈਕ ਕਰਨਾ ਤਾਂ ਕਿ ਹੋਰ ਅੱਗੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਿੱਧਾ ਪਹੁੰਚ ਸਕਣ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਘੋਗਾ ਜੋ ਕਿ ਇੱਕ 12-13 ਸਾਲ ਦਾ ਕਿਸ਼ੋਰ ਅਵਸਥਾ ਦਾ ਇੱਕ ਮੁੰਡਾ ਹੈ, ਉਸ ਦੀ ਮਨੋਵਿਗਿਆਨਿਕ ਅਤੇ ਮਨੋਵਿਗਿਆਨਿਕ ਜੋ ਉਹਦੀ ਕਲਪਨਾਵਾਂ ਨੇ, ਜੋ ਉਹਦੀ ਇੱਛਾਵਾਂ ਨੇ, ਉਸ ਨੂੰ ਇਹਦੇ ਰਾਹੀਂ ਪ੍ਰਗਟ ਕੀਤਾ ਗਿਆ ਹੈ। ਇਸ ਮੁੰਡੇ ਦੀ ਮਾਨਸਿਕ ਅਵਸਥਾ ਬਾਰੇ ਦੱਸਿਆ ਗਿਆ ਹੈ। ਆਰੰਭ ਵਿੱਚ ਨਾਵਲ ਦੇ ਮੁੱਖ ਪਾਤਰ ਘੋਗੇ ਦਾ TV ਦੇਖਣ ਦਾ ਜਾਣੀ ਕਿ ਸ਼ੌਂਕ ਦਿਖਾਇਆ ਗਿਆ, ਕਿਸ ਤਰ੍ਹਾਂ ਉਹ TV ਵਿੱਚ ਗੁਆਚਿਆ ਰਹਿੰਦਾ ਹੈ। ਉਸ ਦੀ ਮਾਂ ਉਸ ਨੂੰ ਵਰਜਨਾ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਕਹਿੰਦੀ ਹੈ। ਪੜ੍ਹਾਈ ਵਿੱਚ ਮਨ ਨਾ ਟਿਕਾ ਸਕਣ ਵਾਲਾ ਘੋਗਾ ਬਲਕਿ ਸੌਣ ਵਿੱਚ ਲੱਗਿਆ ਹੁੰਦਾ ਹੈ। ਸਕੂਲ ਦਾ ਕੰਮ ਨਾ ਕੀਤੇ ਹੋਣ ਦਾ ਉਸਨੂੰ ਕੋਈ ਫਿਕਰ ਨਹੀਂ। ਸੁਪਨੇ ਵਿੱਚ ਚੰਦਰ ਪਰੀ ਆ ਕੇ ਚੰਦਨ ਪੈਨ ਰਾਹੀਂ ਉਸ ਦਾ ਸਾਰਾ ਕੰਮ ਕਰਾਉਂਦੀ ਹੈ। ਅਗਲੇ ਦਿਨ ਸਕੂਲ ਵਿੱਚ ਘੋਗੇ ਦਾ ਸਕੂਲ ਵਿੱਚ ਉਸ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਸਕੂਲੋਂ ਦੌੜਨਾ, ਬਾਜ਼ਾਰ ਵਿੱਚ ਸ਼ਰਾਰਤਾਂ ਕਰਦੇ ਹੋਏ ਜਾਣਾ, ਮਦਾਰੀ ਦਾ ਤਮਾਸ਼ਾ ਵੇਖਣਾ, ਪੜ੍ਹਾਈਆਂ ਦੀ ਸਮੱਸਿਆ ਹੱਲ ਕਰਨ ਲਈ ਜਾਦੂ ਸਿੱਖਣਾ ਚਾਹੁੰਦਾ ਹੈ ਉਹ। ਅਗਲੇ ਦਿਨਾਂ ਵਿੱਚ ਘਰੋਂ ਸਕੂਲ ਜਾਣ ਦੀ ਥਾਂ ਬਾਗ ਵਿੱਚ ਜਾ ਕੇ ਸੌਣ ਕਾਟੋ ਦੇ ਝਲਕਾਰੇ ਪਾ ਕੇ ਉਸ ਦਾ ਪਿੱਛਾ ਕਰਦੇ ਹੋਏ ਥਾਂ ਭਟਕਦਾ ਹੈ। ਨਹਾਉਂਦੇ ਮੁੰਡੇ ਤੋਂ ਮਾਰ ਖਾਣਾ, ਪਖੰਡੀ ਅਤੇ ਠੱਗ ਸਾਧ ਤੋਂ ਤਬੀਤ 'ਤੇ ਮੰਤਰ ਲੈਣਾ, ਤਬੀਤ ਘੋਲ ਕੇ ਪੀ ਕੇ ਕੰਮ ਪੂਰੀ ਕਰਨ ਦੀ ਇੱਛਾ ਰੱਖਣਾ, ਦੋਸਤਾਂ ਸਾਹਮਣੇ ਸੌਣ ਕਾਟੋ ਦਾ ਭੇਤ ਖੋਲ੍ਹਣਾ, ਘੋਗੇ ਵਿੱਚ ਪਛਤਾਵਾ ਅਤੇ ਨਿਰਾਸ਼ਾ ਦਾ ਉਤਪੰਨ ਹੋਣਾ, ਸੌਣ ਕਾਟੋ ਨੂੰ ਮੁੜ ਪ੍ਰਾਪਤ ਕਰਨ ਲਈ ਬਾਗ ਵਿੱਚ ਘੁੰਮਣਾ ਅਤੇ ਪ੍ਰਾਰਥਨਾਵਾਂ ਕਰਨੀਆਂ, ਇਕਬਾਲ ਦੇ ਡੈਡੀ ਦਾ ਸਮਝਾਉਣਾ ਪਰ ਸੌਣ ਕਾਟੋ ਨੂੰ ਮੁੜ ਪ੍ਰਾਪਤ ਕਰਨ ਲਈ ਲਲਕ ਦਾ ਨਾ ਘਟਣਾ, ਪ੍ਰਕਿਰਤਿਕ ਵਿਗਿਆਨਿਕ ਖੋਜ ਕੇਂਦਰ ਵਿੱਚ ਪਹੁੰਚਣਾ ਅਤੇ ਬਾਬਾ ਜੀ ਦੀ ਦਵਾਈ ਪ੍ਰਾਪਤ ਕਰਨਾ, ਬਾਬਾ ਜੀ ਦਾ ਜਾਦੂ ਅਤੇ ਕਰਾਮਾਤ ਬਾਰੇ ਸਪਸ਼ਟ ਕਰਨਾ, ਘੋਗੇ ਦੀ ਪੜ੍ਹਾਈ ਦਾ ਮੁੜ ਲੀਹ 'ਤੇ ਆਉਣਾ, ਬਾਬਾ ਜੀ ਦੇ ਦੱਸੇ ਅਨੁਸਾਰ ਵਰਤੋਂ ਨਾ ਕਰਨ ਕਰਕੇ ਦਵਾਈ ਦਾ ਮੁੱਕਣਾ ਅਤੇ ਘੋਗੇ ਵਿੱਚ ਸਵੈ ਵਿਸ਼ਵਾਸ ਨਾਲ ਆਪੇ ਕੁਛ ਕਰਨ ਦੀ ਰੁਚੀ ਦਾ ਨਾ ਪੈਦਾ ਹੋਣਾ, ਬਾਬਾ ਜੀ ਦੇ ਨਾ ਮਿਲਣ 'ਤੇ ਨਿਰਾਸ਼ਤਾ ਪੈਦਾ ਹੋਣਾ, ਅੰਤ ਕੋਈ ਚਾਰਾ ਨਾ ਦੇਖ ਕੇ ਘੋਗੇ ਵਿੱਚ ਸਵੈ ਵਿਸ਼ਵਾਸ ਨਾਲ ਦ੍ਰਿੜ ਹੋਣਾ ਆਦਿ ਇਸ ਨਾਵਲ ਵਿੱਚ ਦਿਖਾਇਆ ਗਿਆ ਹੈ। ਇਸ ਵਿੱਚ ਸੁਪਨੇ ਦੀ ਹੋਂਦ, ਘੋਗੇ ਵੱਲੋਂ ਸੌਣ ਕਾਟੋ ਦਾ ਪਿੱਛਾ ਕਰਦੇ ਅਤੇ ਉਸ ਦੇ ਝਲਕਾਰੇ ਪੈਣਾ ਆਦਿ ਇਸ ਵਿੱਚ ਰੋਮਾਂਟਿਕ ਅੰਸ਼ ਵੀ ਪੈਦਾ ਕਰਦਾ ਹੈ। ਨਾਵਲ ਆਰੰਭ ਤੋਂ ਅਖੀਰ ਤੱਕ ਉਤਸੁਕਤਾ ਨਾਲ ਭਰਿਆ ਹੋਇਆ ਹੈ। ਇਸ ਵਿੱਚ ਸੰਘਣਾ ਕਹਾਣੀ ਰਸ ਵੀ ਹੈ, ਜਿਸ ਕਾਰਨ ਪਾਠਕਾਂ ਦੇ ਮਨ ਵਿੱਚ ਅੱਗੇ ਜਾਣ ਦੀ ਇੱਛਾ ਤੀਵਰਤਾ ਬਣੀ ਰਹਿੰਦੀ ਹੈ। ਨਾਵਲ ਦੇ ਸਾਰੇ ਕਾਂਡਾਂ ਵਿਚਲੀਆਂ ਘਟਨਾਵਾਂ ਇੱਕ ਲੜੀ ਵਿੱਚ ਪਰੋਈਆਂ ਹੋਈਆਂ ਹਨ। ਇਹ ਸਵਾਦ ਅਤੇ ਰਸ ਨਾਲ ਭਰਪੂਰ ਹਨ। ਨਾਵਲ ਵਿੱਚ ਪ੍ਰਭਾਵ ਦੀ ਏਕਤਾ ਮੁੱਢੋਂ ਲੈ ਕੇ ਅਖੀਰ ਤੱਕ ਕਾਇਮ ਰਹਿੰਦੀ ਹੈ। ਨਾਵਲ ਦਾ ਅੰਤ ਬੜਾ ਜ਼ੋਰਦਾਰ ਅਤੇ ਪ੍ਰਭਾਵਸ਼ਾਲੀ ਹੈ। ਨਾਵਲ ਦੇ ਸਮੁੱਚੇ ਪਲਾਟ ਵਿੱਚ ਭਾਵੇਂ ਨਿਰਾਸ਼ਤਾ ਅਤੇ ਆਸ ਲੁਕਣ ਮਿੱਟੀ ਖੇਲਦੀਆਂ ਹਨ, ਪਰੰਤੂ ਇਸ ਦਾ ਅੰਤ ਸੁਖਾਂਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਪਾਠਕਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਵੀ ਕਰਦਾ ਹੈ। ਇਹ ਕਿਸ਼ੋਰ ਨਾਵਲ ਹੋਣ ਕਰਕੇ ਇਸ ਨਾਵਲ ਦੇ ਅੰਤ ਵਿੱਚ ਇਸ ਦਾ ਉਦੇਸ਼ ਲਗਭਗ ਸਪਸ਼ਟ ਹੀ ਕਰ ਦਿੱਤਾ ਗਿਆ। ਇੰਨੇ ਸਾਰੇ ਗੁਣਾਂ ਕਰਕੇ ਨਾਵਲ ਦਾ ਕਥਾਨਕ ਯਾਨੀ ਕਿ ਪਲਾਟ ਬਿਲਕੁਲ ਸਫਲ ਹੈ। ਇੱਕ ਕਿਸ਼ੋਰ ਅਵਸਥਾ ਦਾ ਮੁੰਡਾ ਹੈ, 12-13 ਸਾਲ ਦਾ। ਸੌਣ ਕਾਟੋ ਬਾਰੇ ਸੋਚਣਾ, ਸੌਣ ਪਰੀ ਬਾਰੇ ਸੋਚਣਾ, ਜਾਦੋਈ ਪੈਨ ਬਾਰੇ ਸੋਚਣਾ ਕਿ ਉਹ ਇਹ ਸੋਚ ਕੇ ਸੌਂਦਾ ਹੈ ਕਿ ਅਗਰ ਇਹ ਮੇਰੇ ਕੋਲ ਪੈਨ ਮੈਨੂੰ ਮਿਲ ਜਾਵੇ, ਜਾਦੋਈ ਪੈਨ,
ਤਾਂ ਮੇਰਾ ਸਾਰਾ ਕਰਿਆ ਕਰਾਇਆ ਕੰਮ ਮੈਨੂੰ ਸਵੇਰੇ ਮਿਲੇਗਾ। ਕਲਾਸ 'ਚ ਮੈਂ ਕੋਈ ਵੀ ਕੰਮ ਭੁੱਲ ਨਹੀਂ ਸਕਦਾ, ਸੋਨ ਕਾਟੋ ਆ ਕੇ ਮੇਰੀ ਮਦਦ ਕਰੇਗੀ। ਜਿਸ ਤਰ੍ਹਾਂ ਕਿ ਬੱਚੇ ਟੀਵੀਆਂ 'ਤੇ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਨਾਟਕ ਦੇਖਦੇ ਹਨ, ਜਿਸ ਵਿੱਚ ਸੋਨਪਰੀ ਆ ਕੇ, ਬਾਲਵੀਰ ਆ ਕੇ ਬਹੁਤ ਉਹਨਾਂ ਦੇ ਕੰਮ ਕਰਦੇ ਹਨ, ਪਰ ਇਹ ਇੱਕ ਕਾਲਪਨਿਕਤਾ ਹੈ, ਮਨੋਵਿਗਿਆਨਿਕ ਵਿਚਾਰਧਾਰਾ ਹੈ। ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੋ ਸਕਦਾ। ਅਤੇ ਉਹੀ ਚੀਜ਼ ਇਸ ਵਿੱਚ ਦਿਖਾਣੀ ਚਾਹੀਦੀ ਹੈ ਕਿ ਉਹ ਗੁਆਚਿਆ ਮੁੰਡਾ ਹੈ, ਇਹਨਾਂ ਚੀਜ਼ਾਂ ਵਿੱਚ ਹੀ ਗੁਆਚਿਆ ਰਹਿੰਦਾ, ਜੋ ਉਸਦਾ ਸਹੀ ਮਕਸਦ ਹੈ, ਜੋ ਉਸਦੀ ਪੜ੍ਹਾਈ ਹੈ। ਜਦਕਿ ਉਸਦੀ ਮਾਂ ਵੀ ਉਸਨੂੰ ਕਹਿੰਦੀ ਹੈ ਕਿ ਤੂੰ ਬੇਟਾ ਪੜ੍ਹ, ਪਰ ਉਹ ਪੜ੍ਹਦਾ ਨਹੀਂ, ਬਲਕਿ ਇਹ ਸੋਚਦਾ ਕਿ ਸੋਨਪਰੀ ਸੋਨ ਕਾਟੋ ਆ ਕੇ ਮੇਰਾ ਕੰਮ ਕਰ ਦੇਵੇਗੀ। ਤਾਂ ਇਹਨਾਂ ਗੱਲਾਂ ਵਿੱਚ ਹੀ ਉਲਝਿਆ ਰਹਿੰਦਾ। ਇਸ ਕਰਕੇ ਇਸ ਨਾਵਲ ਦਾ ਨਾਮ ਵੀ ਗੁਆਚਿਆ ਮੁੰਡਾ ਹੈ, ਜੋ ਕਿ ਜਗਦੀਸ਼ ਕੌਸ਼ਲ ਜੀ ਦੁਆਰਾ ਲਿਖਿਆ ਅਤੇ ਬਹੁਤ ਹੀ ਸੋਹਣਾ ਇਸ ਦਾ ਕਥਾਨਕ ਹੈ, ਸੋਹਣਾ ਪਲਾਟ ਹੈ ਅਤੇ ਨਾਮ ਇਸ ਦਾ ਬਿਲਕੁਲ ਢੁਕਵਾਂ ਹੈ। ਬੱਚੋ, ਜਦੋਂ ਵੀ ਨਾਵਲ ਲਿਖਿਆ ਜਾਂਦਾ ਹੈ ਜਾਂ ਕਹਾਣੀ ਲਿਖੀ ਜਾਂਦੀ ਹੈ, ਕੁਛ ਵੀ ਇਸ ਤਰ੍ਹਾਂ ਦਾ ਲਿਖਿਆ ਜਾਂਦਾ ਤਾਂ ਉਸ ਵਿੱਚ ਪਾਤਰ ਜ਼ਰੂਰ ਹੁੰਦੇ ਹਨ, ਅਤੇ ਪਾਤਰਾਂ ਬਿਨਾਂ ਕਹਾਣੀ, ਨਾਵਲ, ਜੋ ਵੀ ਕੁਛ ਸਾਹਿਤਕ ਚੀਜ਼ਾਂ ਹੁੰਦੀਆਂ ਹਨ, ਜੋ ਵੀ ਸਾਹਿਤਕ ਜਗਤ ਵਿੱਚ ਆਉਂਦੀਆਂ ਹਨ, ਤਾਂ ਇਹਨਾਂ ਵਿੱਚ ਚਰਿੱਤਰ ਚਿਤਰਣ ਜ਼ਰੂਰ ਦੱਸਿਆ ਜਾਂਦਾ ਹੈ। ਅਤੇ ਚਰਿੱਤਰ ਚਿਤਰਣ ਵੀ ਜ਼ਰੂਰੀ ਹੁੰਦਾ ਹੈ। ਗੁਆਚਿਆ ਮੁੰਡਾ ਨਾਵਲ ਦੀ ਪਾਤਰ ਉਸਾਰੀ, ਇਹਦੇ ਵਿੱਚ ਬਹੁਤ ਸਾਰੇ ਪਾਤਰਾਂ ਦੇ ਨਾਮ ਆਉਂਦੇ ਹਨ। ਇਸ ਨਾਵਲ ਵਿੱਚ ਬਹੁਤ ਸਾਰੇ ਪਾਤਰ ਪ੍ਰਵੇਸ਼ ਵੀ ਕਰਦੇ ਹਨ, ਪਰੰਤੂ ਉਹਨਾਂ ਵਿੱਚੋਂ ਮਹੱਤਵਪੂਰਨ ਜੋ ਪਾਤਰ ਹੈ ਘੋਗਾ, ਯਾਨੀ ਕਿ ਦਰਸ਼ਨ। ਘੋਗੇ ਦੀ ਮਾਂ ਮਦਾਰੀ, ਸਾਧ, ਇਕਬਾਲ ਦਾ ਡੈਡੀ ਅਤੇ ਬਾਬਾ ਜੀ ਹਨ। ਇਸ ਤੋਂ ਇਲਾਵਾ ਸਕੂਲ ਦੇ ਅਧਿਆਪਕ, ਬਾਗ ਦੇ ਮਾਲੀ, ਕਿਸਾਨ, ਰੇਹੜੀ ਵਾਲਾ, ਨਹਾਉਂਦਾ ਹੋਇਆ ਮੁੰਡਾ, ਵਰਿੰਦਰ, ਗੁਰੀ, ਗੋਪੀ, ਸਤੀਸ਼ ਅਤੇ ਸੁਰਜੀਤ ਵੀ ਗੌਣ ਪਾਤਰ ਹਨ, ਜੋ ਵੀ ਉਹ ਵੀ ਥੋੜ੍ਹੀ ਦੇਰ ਲਈ ਇਸ ਵਿੱਚ ਆਉਂਦੇ ਹਨ। ਉਸ ਦੀ ਮਾਂ ਇਕਬਾਲ ਦਾ ਜੋ ਡੈਡੀ ਹੈ ਉਹ ਕਿਸ ਤਰ੍ਹਾਂ ਬੱਚੇ ਨੂੰ ਸਮਝਾਉਂਦਾ, ਬਾਬਾ ਜੋ ਹੈ ਕਿਵੇਂ ਇਸ ਨੂੰ ਦਵਾਈ ਦਿੰਦਾ ਹੈ, ਉਹਨਾਂ ਦੇ ਇਹਦੇ ਵਿੱਚ ਜ਼ਿਕਰ ਵੀ ਆਉਂਦਾ ਹੈ। ਪਾਤਰ ਉਸਾਰੀ ਇਸ ਦੀ ਬਹੁਤ ਵਧੀਆ ਕੀਤੀ ਗਈ ਹੈ, ਅਤੇ ਪਾਤਰਾਂ ਦਾ ਜੋ ਰੋਲ ਹੈ, ਜੋ ਭੂਮਿਕਾ ਹੈ, ਉਹ ਬਹੁਤ ਵਧੀਆ ਸੁਚੱਜੇ ਢੰਗ ਨਾਲ ਪੇਸ਼ ਕੀਤੀ ਹੈ। ਜੇਕਰ ਅਸੀਂ ਗੱਲ ਕਰੀਏ ਇਸ ਦੇ ਸਿਰਲੇਖ ਦੀ, ਤਾਂ ਇਸ ਦਾ ਸਿਰਲੇਖ ਢੁਕਵਾਂ ਹੈ ਜਾਂ ਨਹੀਂ? ਬਿਲਕੁਲ ਢੁਕਵਾਂ ਹੈ, ਕਿਉਂਕਿ ਜੋ ਇਸ ਦਾ ਨਾਮ ਹੈ ਗੁਆਚਿਆ ਮੁੰਡਾ ਅਤੇ ਇਸ ਦਾ ਮੁੱਖ ਪਾਤਰ ਹੈ ਘੋਗਾ। ਘੋਗੇ ਦੀ ਮਾਨਸਿਕ ਅਵਸਥਾ ਨੂੰ ਹੀ ਇਸ ਵਿੱਚ ਦਿਖਾਇਆ ਗਿਆ, ਕਿਸ ਤਰ੍ਹਾਂ ਉਹ ਗੁਆਚਿਆ ਰਹਿੰਦਾ ਹੈ, ਕਦੇ ਬਾਬੇ ਪਿੱਛੇ, ਕਦੇ ਸਾਧ ਪਿੱਛੇ, ਕਦੇ ਸੋਨ ਕਾਟੋ ਪਿੱਛੇ, ਕਦੇ ਸੋਨਪਰੀ ਪਿੱਛੇ, ਕਦੇ ਜਾਦੂਈ ਪੈਨ ਪਿੱਛੇ। ਬਲਕਿ ਆਪਣੇ ਅਧਿਆਪਕਾਂ ਦੀ, ਇਕਬਾਲ ਦੇ ਡੈਡੀ ਦੀ, ਇਹਨਾਂ ਦੀ ਗੱਲ ਨਹੀਂ ਮੰਨਦਾ, ਆਪਦੀ ਮਾਂ ਦੀ ਵੀ ਗੱਲ ਨਹੀਂ ਮੰਨਦਾ, ਬਲਕਿ ਉਹ ਇਹ ਸੋਚਦਾ ਹੈ ਕਿ ਜਾਦੂਈ ਪੈਨ ਨਾਲ, ਜਾਦੂ ਪਰੀ ਨਾਲ, ਸੋਨਪਰੀ ਨਾਲ ਮੇਰੇ ਸਾਰੇ ਕੰਮ ਹੱਲ ਹੋ ਜਾਣਗੇ। ਅਤੇ ਉਹ ਇਹ ਸੋਚਦਾ ਹੀ ਕਲਪਨਾ ਨਾਲ ਹੀ ਸੋਚਦਾ ਰਹਿੰਦਾ ਹੈ, ਕਲਪਨਾਵਾਂ ਵਿੱਚ ਉਹਨਾਂ ਦੇ ਪਿੱਛੇ ਭੱਜਦਾ ਰਹਿੰਦਾ ਹੈ। ਬਾਗ ਬਗੀਚੇ ਵਿੱਚ ਵੀ ਭੱਜਦਾ, ਉਹਨਾਂ ਦੇ ਪਿੱਛੇ ਕੀ ਚੀਜ਼ ਸ਼ਾਇਦ ਮੇਰੇ ਹੱਥ ਵਿੱਚ ਆ ਜਾਵੇ। ਪਰ ਅੰਤ ਵਿੱਚ ਜਾ ਕੇ ਜਦੋਂ ਉਸਨੂੰ ਪਤਾ ਲੱਗਦਾ ਕਿ ਮੇਰੀ ਦਵਾਈ ਖਤਮ ਹੋ ਗਈ, ਬਾਬਾ ਇਸ ਲਈ ਮੈਨੂੰ ਮਿਲੇਗਾ ਨਹੀਂ, ਅਗਰ ਬਾਬਾ ਜੇਕਰ ਉਸਨੂੰ ਮਿਲ ਵੀ ਗਿਆ, ਜੋ ਜਾਦੂਈ ਪੁੜੀਆਂ ਉਸਨੂੰ ਦਿੱਤੀਆਂ ਨੇ ਉਹ ਦੁਬਾਰਾ ਦੇ ਵੀ ਦੇਗਾ, ਤਾਂ ਪੁੜੀਆਂ ਫਿਰ ਖਤਮ ਹੋ ਜਾਣਗੀਆਂ, ਦੁਬਾਰਾ ਬਾਬੇ ਨੂੰ ਲੱਭਣ ਕਿੱਥੇ ਜਾਏਗਾ ਉਹ? ਤਾਂ ਆਖਿਰ ਉਹਦੇ ਵਿੱਚ ਇੱਕ ਸਵੈਮ ਵਿਸ਼ਵਾਸ ਪੈਦਾ ਹੁੰਦਾ ਹੈ, ਆਤਮ ਵਿਸ਼ਵਾਸ ਪੈਦਾ ਹੁੰਦਾ ਕਿ ਨਹੀਂ ਯਾਰ, ਇੱਦਾਂ ਦਾ ਕੁਛ ਨਹੀਂ ਹੈ, ਇਹ ਮਿਹਨਤ ਮੈਨੂੰ ਖੁਦ ਹੀ ਕਰਨੀ ਪੈਣੀ ਹੈ। ਉਸ ਦੀ ਇਹ ਸਥਿਤੀ ਨਾਵਲ ਦੇ ਆਰੰਭ ਤੋਂ ਲੈ ਕੇ ਅਖੀਰ ਤੱਕ ਰਹਿੰਦੀ ਹੈ। ਨਾਵਲ ਦੇ ਅੰਤ ਵਿੱਚ ਉਸ ਦੇ ਅੰਦਰ ਪੈਦਾ ਹੋਇਆ ਸਵੈ ਵਿਸ਼ਵਾਸ ਹੀ ਇਹ ਦਰਸਾਉਂਦਾ ਹੈ ਕਿ ਗੁਆਚਿਆ ਮੁੰਡਾ ਇਸ ਅਵਸਥਾ ਨੂੰ ਕਿਵੇਂ ਪ੍ਰਾਪਤ ਕਰਦਾ ਹੈ। ਇਸ ਆਧਾਰ 'ਤੇ ਇਸ ਦਾ ਜੋ ਨਾਮ ਰੱਖਿਆ ਗਿਆ ਹੈ ਗੁਆਚਿਆ ਮੁੰਡਾ, ਉਹ ਬਿਲਕੁਲ ਢੁਕਵਾਂ ਅਤੇ ਫੱਬੂਵਾਂ ਹੈ। ਅੱਗੇ ਅਸੀਂ ਗੱਲ ਕਰਦੇ ਬੱਚੋ ਚਰਿੱਤਰ ਚਿਤਰਣ ਦੀ। ਇਹਦੇ ਵਿੱਚ ਜੋ ਵੀ ਚਰਿੱਤਰ ਚਿੱਤਰ ਹਨ, ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜੋ ਮੁੱਖ ਪਾਤਰ ਹਨ ਜਾਂ ਦੂਜੇ ਪਾਤਰ ਹਨ, ਉਹ ਪਾਤਰਾਂ ਬਿਨਾਂ ਕਹਾਣੀ, ਨਾਵਲ ਕੁਛ ਵੀ ਅਸੀਂ ਲਿਖਦੇ ਹਾਂ ਤਾਂ ਉਹਦਾ ਕੋਈ ਆਧਾਰ ਨਹੀਂ ਹੁੰਦਾ। ਤਾਂ ਇਹ ਪਾਤਰ ਹੀ ਹੁੰਦੇ ਹਨ ਜੋ ਕਹਾਣੀ ਨੂੰ, ਨਾਵਲ ਨੂੰ, ਕਿਸੇ ਨੂੰ ਜੋ ਇਤਿਹਾਸਿਕ ਚੀਜ਼ਾਂ ਲਿਖੀਆਂ ਜਾਂਦੀਆਂ ਨੇ ਉਹਨਾਂ ਨੂੰ ਅੱਗੇ ਲਿਆਉਂਦੇ ਨੇ। ਕਿਉਂਕਿ ਨਾਵਲ ਜਿੱਦਾਂ ਤੁਸੀਂ ਫਿਲਮਾਂ ਦੇਖਦੇ ਹੋ, ਫਿਲਮ ਦੇ ਵਿੱਚ ਇੱਕ ਮੇਨ ਹੀਰੋ ਹੁੰਦਾ, ਹੀਰੋਇਨ ਹੁੰਦੀ ਹੈ, ਨਾਇਕ ਨਾਇਕਾ, ਉਹ ਪੂਰੀ ਕਹਾਣੀ ਨੂੰ ਖਿੱਚ ਕੇ ਲੈ ਜਾਂਦੇ ਹਨ। ਵਿੱਚੋਂ ਦੀ ਵਿਲਨ ਵੀ ਆਉਂਦਾ ਹੈ, ਘਰ ਪਰਿਵਾਰ ਦੀ ਗੱਲਾਂ ਵੀ ਆਉਂਦੀਆਂ ਹਨ, ਯਾਨੀ ਕਿ ਪਾਤਰਾਂ ਤੋਂ ਬਿਨਾਂ ਅਸੀਂ ਇਹਨਾਂ ਦੀ ਕਲਪਨਾ ਹੀ ਨਹੀਂ ਕਰ ਸਕਦੇ। ਤਾਂ ਇਹਦਾ ਜੋ ਮੁੱਖ ਪਾਤਰ ਹੈ ਉਹ ਘੋਗਾ ਹੈ। ਘੋਗਾ ਜੋ ਕਿ ਗੁਆਚਿਆ ਮੁੰਡਾ ਇਸ ਨਾਵਲ ਦਾ ਮੁੱਖ ਪਾਤਰ ਹੈ। ਘੋਗੇ ਦਾ ਅਸਲ ਨਾਂ ਦਰਸ਼ਨ ਹੈ, ਪਰ ਸਾਰੇ ਉਸ ਨੂੰ ਘੋਗਾ ਹੀ ਸੱਦਦੇ ਸਨ। ਉਸ ਦਾ ਬਾਪ ਮਰ ਚੁੱਕਾ ਹੈ, ਉਸ ਦੀ ਮਾਂ ਲੋਕਾਂ ਦੇ ਕੱਪੜੇ ਸਿਉਂ ਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਘੋਗੇ ਦੀ ਉਮਰ ਜੋ ਹੈ 11-12 ਸਾਲ ਦੀ ਹੈ। ਨਾਵਲ ਵਿੱਚ ਇਕਬਾਲ, ਸਤੀਸ਼ ਅਤੇ ਸੁਰਜੀਤ ਉਸ ਦੇ ਚੰਗੇ ਦੋਸਤ ਹਨ, ਪਰੰਤੂ ਗੋਪੀ ਅਤੇ ਗੁਰੀ ਉਸ ਨਾਲ ਖੁੰਦਕ ਰੱਖਣ ਵਾਲੇ ਹਨ। ਇਸ ਵਿੱਚ ਜੋ ਹੈ ਦਿਖਾਇਆ ਕਿ ਇੱਕ ਗੁਆਚਿਆ ਹੋਇਆ ਦਿਸ਼ਾਹੀਨ ਮੁੰਡਾ, ਉਹ ਬਿਲਕੁਲ ਦਿਸ਼ਾਹੀਨ ਹੈ, ਆਪੋ ਆਪ ਵਿੱਚ ਹੀ ਉਤੇਜਿਤ ਹੋ ਜਾਂਦਾ ਹੈ, ਆਪਦੇ ਹਿਸਾਬ ਨਾਲ ਹੀ ਉਹ ਕੰਮ ਕਰ ਰਿਹਾ ਹੈ। ਜ਼ਿਆਦਾ ਟਾਈਮ TV ਦੇਖੇ ਜਾਣਾ,
ਸਕੂਲ ਦਾ ਕੰਮ ਨਾ ਕਰਨਾ ਅਤੇ ਇਹ ਸੋਚਣਾ ਕਿ ਕਰਿਆ ਕਰਾਇਆ ਕੰਮ ਮੈਨੂੰ ਸੋਨ ਕਾਟੋ ਵੱਲੋਂ ਮਿਲ ਜਾਏਗਾ, ਸੋਨ ਪਰੀ ਵੱਲੋਂ ਮਿਲ ਜਾਏਗਾ। ਇਹਨਾਂ ਵਿੱਚ ਹੀ ਉਲਝਿਆ ਰਹਿੰਦਾ ਹੈ ਅਤੇ ਆਪਦੀ ਮਾਂ ਦਾ ਵੀ ਕਹਿਣਾ ਘੱਟ ਮੰਨਦਾ ਹੈ। ਜੇਕਰ ਉਹ ਕਹਿੰਦੀ ਪੜ੍ਹ ਲੈ ਤਾਂ ਕਹਿੰਦਾ ਕੋਈ ਨਹੀਂ ਮੈਂ ਕਰ ਲੂੰਗਾ ਮਾਂ, ਮੈਂ ਐਸਾ ਕਮਾਲ ਕਰੂੰਗਾ ਕਿ ਤੂੰ ਸੋਚਦੀ ਰਹਿ ਜਾਏਂਗੀ, ਦੇਖਦੀ ਰਹਿ ਜਾਏਂਗੀ, ਹੈਰਾਨ ਹੋ ਜਾਏਂਗੀ, ਕਿਉਂਕਿ ਉਸਨੂੰ ਸੋਨ ਕਾਟੋ 'ਤੇ ਭਰੋਸਾ ਹੈ ਕਿ ਉਹ ਮੇਰਾ ਸਾਰਾ ਕੰਮ ਕਰ ਦੇਗੀ। ਬਲਕਿ ਜਾਦੂ ਟੂਣੇ ਤਵੀਤਾਂ ਵਿੱਚ ਵੀ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਕਿ ਉਹਨਾਂ ਨਾਲ ਮੈਨੂੰ ਪੜ੍ਹਾਈ ਵੀ ਆ ਜਾਏਗੀ ਅਤੇ ਮੈਂ ਪਾਸ ਵੀ ਹੋ ਜਾਏਗਾ। ਨਾਵਲਕਾਰ ਲਿਖਦਾ ਹੈ ਕਿ ਘੋਗੇ ਨੇ ਮਾਂ ਤੋਂ ਲੈ ਕੇ ਰੋਟੀ ਵੀ ਟੀ ਵੀ ਮੂਹਰੇ ਬੈਠ ਕੇ ਖਾਧੀ। ਰੋਟੀ ਖਾਂਦਿਆਂ ਕਈ ਵਾਰ ਹਾਸੋਹੀਣੀ ਸਥਿਤੀ ਬਣੀ। ਟੀ ਵੀ ਵੱਲ ਦੇਖਦਾ ਦੇਖਦਾ ਕਦੇ ਬਹੁਤ ਵੱਡੀ ਬੁਰਕੀ ਤੋੜ ਲੈਂਦਾ, ਕਦੇ ਬਹੁਤ ਛੋਟੀ। ਇੱਕ ਵਾਰ ਤਾਂ ਇੰਝ ਹੋਇਆ ਕਿ ਉਹਨੇ ਬੁਰਕੀ ਤੋੜ ਕੇ ਸਬਜ਼ੀ ਵਾਲੀ ਕੋਲੀ ਵਿੱਚ ਡੁਬੋਣ ਦੀ ਥਾਂ ਥਾਲੀ ਨਾਲ ਘਸਾ ਕੇ ਮੂੰਹ ਵਿੱਚ ਪਾ ਲਈ। ਇਸ ਪ੍ਰਕਾਰ ਉਸ ਦੀ ਮਾਂ ਉਸ ਨੂੰ ਟੀ ਵੀ ਦੇਖਣ ਵਿੱਚ ਗੁਆਚਿਆ ਦੇਖ ਕੇ ਖਿੱਚਦੀ ਬਹੁਤ ਹੈ, ਪਰੰਤੂ ਉਸ ਦੀ ਪਰਵਾਹ ਉਹ ਨਹੀਂ ਕਰਦਾ। 5-5 ਮਿੰਟਾਂ ਕਰਦਾ ਅੱਧੀ ਰਾਤ ਕਰ ਦਿੰਦਾ ਹੈ। ਧਾਰਮਿਕ ਅੰਧ ਵਿਸ਼ਵਾਸਾਂ ਦਾ ਸ਼ਿਕਾਰ ਹੈ। ਉਹ ਧਾਰਮਿਕ ਅੰਧ ਵਿਸ਼ਵਾਸ ਵਿੱਚ ਪੈ ਚੁੱਕਿਆ ਹੈ। ਇਹ ਸੋਚਦਾ ਹੈ ਕਿ ਮੈਂ ਬਾਬਿਆਂ ਦੇ ਜਾ ਕੇ ਅਗਰ ਮੱਥਾ ਟੇਕਾਂਗਾ ਤਾਂ ਉਸ ਨਾਲ ਮੈਂ ਜਲਦੀ ਪਾਸ ਹੋ ਜਾਊਂਗਾ। ਪੁਜਾਰੀ ਦੀ ਗੱਲ ਦਾ ਉਸ ਉੱਪਰ ਪੂਰਾ ਵਿਸ਼ਵਾਸ ਵੀ ਪੈਂਦਾ ਹੈ ਕਿ ਗੁਰੂ ਪੀਰ ਦੀ ਸ਼ਰਨ ਵਿੱਚ ਆਉਂਦੇ ਉਸ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ। ਤਾਂ ਇਹ ਚੀਜ਼ ਵੀ ਉਸ ਦੇ ਦਿਮਾਗ ਵਿੱਚ ਭਰੀ ਹੋਈ ਹੈ। ਪਰ ਸੱਚ ਇਹ ਹੈ ਕਿ ਗੁਰੂ ਪੀਰਾਂ ਦੀ ਸ਼ਰਨ ਵਿੱਚ ਸਾਨੂੰ ਜਾਣਾ ਚਾਹੀਦਾ ਹੈ, ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ, ਉਹਨਾਂ ਦੇ ਆਦਰਸ਼ਾਂ 'ਤੇ ਚੱਲਣਾ ਚਾਹੀਦਾ ਅਤੇ ਸਾਨੂੰ ਆਪਣੀ ਮਿਹਨਤ ਵੀ ਨਾਲ ਜਾਰੀ ਰੱਖਣੀ ਚਾਹੀਦੀ, ਤਾਂ ਹੀ ਉਹਨਾਂ ਦਾ ਆਸ਼ੀਰਵਾਦ ਸਾਨੂੰ ਸਫਲਤਾਪੂਰਵਕ ਮਿਲਦਾ ਹੈ। ਜਾਦੂ ਟੋਨਿਆਂ ਅਤੇ ਚਮਤਕਾਰਾਂ ਵਿੱਚ ਵਿਸ਼ਵਾਸ ਰੱਖਦਾ ਹੋ, ਕਦੇ ਤਵੀਤ ਲੈ ਰਿਹਾ ਹੈ, ਤਵੀਤਾਂ ਦੇ ਚੱਕਰਾਂ 'ਚ ਪਿਆ ਹੋਇਆ, ਕਦੇ ਜਾਦੂ ਵਾਲੀ ਪੁੜੀ ਲੈ ਰਿਹਾ ਹੈ, ਕਿਸੇ ਬਾਬੇ ਤੋਂ ਕੋਈ ਪੁੜੀਆਂ ਲੈ ਰਿਹਾ ਹੈ, ਤਾਂ ਇਹਨਾਂ ਵਿੱਚ ਵੀ ਉਹ ਬਹੁਤ ਜ਼ਿਆਦਾ ਭਟਕਿਆ ਹੋਇਆ। ਜਾਦੂ ਟੋਨੇ ਤਵੀਤਾਂ ਦਾ ਵਿਸ਼ਵਾਸ ਉਹਦੇ ਉੱਪਰ ਬਹੁਤ ਜ਼ਿਆਦਾ ਹੈ। ਆਪਣੇ ਆਪ ਵਿੱਚ ਵਿਸ਼ਵਾਸ ਨਾ ਰੱਖਣ ਵਾਲਾ ਹੈ, ਉਹਨੂੰ ਆਪਣੇ 'ਤੇ ਵਿਸ਼ਵਾਸ ਨਹੀਂ ਹੈ, ਬਾਬਿਆਂ 'ਤੇ ਜ਼ਿਆਦਾ ਭਰੋਸਾ ਹੈ। ਜੋ ਸਾਹਮਣੇ ਵਾਲੇ ਨੇ ਗੱਲ ਕੋਈ ਕਹਿਤੀ ਉਸ 'ਤੇ ਜ਼ਿਆਦਾ ਭਰੋਸਾ ਹੈ। ਸੋਨ ਕਾਟੋ ਅਤੇ ਬਾਬਾ ਜੀ ਦਵਾਈ ਉਹ ਉਸ ਦੇ ਉੱਤੇ ਜ਼ਿਆਦਾ ਭਰੋਸਾ ਰੱਖਦਾ ਹੈ। ਅਧਿਆਪਕਾਂ ਨੇ ਜੋ ਪੜ੍ਹਾਇਆ ਉਸ ਨੂੰ ਸਮਝ ਨਹੀਂ ਆ ਰਿਹਾ, ਪਰ ਜੋ ਬਾਬੇ ਦੀ ਪੁੜੀ ਨੇ ਜੋ ਦੇਤੀ ਉਹਨੂੰ ਦਵਾਈ ਦੇਤੀ ਉਸ 'ਤੇ ਬਲਕਿ ਉਹ ਜ਼ਿਆਦਾ ਸੋਚ ਰਿਹਾ। ਆਪਣੇ ਉੱਪਰ ਭਰੋਸਾ ਨਹੀਂ ਹੈ, ਖੁਦ ਆਪਣੇ ਆਪ ਨੂੰ ਨਿਰਾਸ਼ ਹੋਇਆ ਸਮਝਦਾ ਹੈ, ਉਹਦੀ ਇਕਾਗਰਤਾ ਭੰਗ ਹੋ ਜਾਂਦੀ ਹੈ, ਉਹ ਮੁੜ ਕੇ ਭਟਕਣ ਵਿੱਚ ਪੈ ਜਾਂਦਾ ਹੈ, ਜਿਸ ਨਾਲ ਉਹਦੀ ਪੜ੍ਹਾਈ ਵਿੱਚ ਵੀ ਕਾਫੀ ਵਿਘਨਾਂ ਆਉਂਦੀਆਂ ਹਨ। ਬਹਾਨੇਬਾਜ਼, ਝੂਠ ਬੋਲਣ ਵਾਲਾ ਹੈ, ਸਕੂਲ ਦਾ ਕੰਮ ਨਹੀਂ ਕਰਨਾ, ਨਵੇਂ ਤੋਂ ਨਵਾਂ ਨਿੱਤ ਬਹਾਨਾ ਲਾਉਂਦਾ ਹੈ, ਝੂਠ ਬੋਲਣ ਵਿੱਚ ਬਹੁਤ ਜ਼ਿਆਦਾ ਮਾਹਿਰ ਹੈ, ਝੂਠ ਵੀ ਬੋਲਦਾ ਹੈ। ਕਲਾਕਾਰੀ ਰੁਚੀਆਂ ਵਾਲਾ ਹੈ। ਘੋਗੇ ਨੂੰ ਆਪਣੇ ਆਪ ਪੜ੍ਹਾਈ ਬੇਸ਼ੱਕ ਨਹੀਂ ਸੀ ਕਰਨੀ ਆਉਂਦੀ, ਪਰ ਉਸ ਦਾ ਮਨ ਭਾਉਂਦਾ ਵਿਸ਼ਾ ਕਲਾ ਸੀ। ਕਲਾ ਦੇ ਪੀਰੀਅਡ ਵਿੱਚ ਉਸ ਦਾ ਬਹੁਤ ਮਨ ਲੱਗਦਾ ਸੀ। ਉਹ ਬਹੁਤ ਸੋਹਣੇ ਚਿੱਤਰ ਬਣਾ ਲੈਂਦਾ ਸੀ। ਕਲਾ ਅਧਿਆਪਕ ਉਸ ਦੀ ਪ੍ਰਸ਼ੰਸਾ ਕਰਦੇ ਸਨ ਅਤੇ ਚਿੱਤਰ ਬਣਾਉਣ ਵਿੱਚ ਹੋਰ ਵਿਦਿਆਰਥੀਆਂ ਦੀ ਵੀ ਉਹ ਮਦਦ ਕਰਦਾ ਸੀ। ਬਦਲੇਖੋਰ ਅਤੇ ਲੜਾਕਾ ਵੀ ਹੈ। ਘੋਗਾ ਬਦਲੇਖੋਰ ਅਤੇ ਲੜਾਕਾ ਹੈ। ਬੱਚਿਆਂ ਨਾਲ ਲੜਦਾ ਰਹਿੰਦਾ ਹੈ, ਕਿਸੇ ਨੇ ਉਹਨੂੰ ਕੁਛ ਕਹਿ ਤਾ ਤਾਂ ਉਸ ਦਾ ਉਹ ਜਵਾਬ ਵੀ ਦਿੰਦਾ ਹੈ ਅਤੇ ਬਦਲਾ ਵੀ ਲੈਂਦਾ ਹੈ। ਗੱਲਾਂ ਵਿੱਚ ਫਸ ਜਾਣ ਵਾਲਾ, ਜਿਵੇਂ ਉਸ ਨੂੰ ਕੋਈ ਪਿੱਛੇ ਲਾਉਂਦਾ ਉਹ ਲੱਗ ਜਾਂਦਾ। ਘੋਗਾ ਜਦੋਂ 6ਵੀਂ ਵਿੱਚੋਂ ਸੈਕਿੰਡ ਹੋਣ ਕਾਰਨ ਉਸਦੇ ਜਮਾਤੀ ਸੁਰਜੀਤ, ਸਤੀਸ਼ ਅਤੇ ਗੁਰੀ ਅਤੇ ਗੋਪੀ ਉਸਨੂੰ ਪੁੱਛਦੇ ਹਨ ਕਿ ਉਹ ਉਹਨਾਂ ਗੱਲਾਂ ਦਾ ਜਵਾਬ ਦਿੰਦਾ ਹੈ ਕਿ ਉਹ ਅਜਿਹਾ ਚਕਰਾਇਆ ਕਿ ਉਸਦੇ ਮੂੰਹ ਸੋਨ ਕਾਟੇ ਬਾਰੇ ਕੁਝ ਸੰਕੇਤ ਨਿਕਲ ਗਿਆ, ਜਿਸ ਕਰਕੇ ਉਸਨੂੰ ਪਤਾ ਲੱਗਿਆ ਕਿ ਸੋਨ ਕਾਟੋ ਉਸਦੇ ਬਸ ਵਿੱਚ ਹੈ। ਸਵਾਰਥੀ ਹੈ, ਆਪਣੇ ਸਵਾਰਥ ਲਈ ਦੋਸਤ ਵੀ ਬਣਾਉਂਦਾ ਹੈ, ਆਪਣੇ ਸਵਾਰਥ ਲਈ ਹੀ ਉਹ ਬਾਬਾ ਜੀ ਕੋਲ ਜਾਂਦਾ ਹੈ, ਆਪਣੇ ਸਵਾਰਥ ਲਈ ਹੀ ਤਵੀਤ ਧਾਗੇ ਜੋ ਵੀ ਲੈਂਦਾ ਆਪਣੇ ਸਵਾਰਥ ਲਈ ਲੈਂਦਾ। ਸਵੈਮ ਵਿਸ਼ਵਾਸ ਨਾਲ ਭਰਪੂਰ ਹੋਣਾ, ਝੂਠ ਬੋਲਣਾ ਪੂਰੇ ਵਿਸ਼ਵਾਸ ਨਾਲ ਬੋਲਦਾ ਹੈ। ਨਾਵਲ ਦੇ ਅੰਤ ਵਿੱਚ ਉਹ ਜਦੋਂ ਦੇਖਦਾ ਕਿ ਉਸਦੇ ਸਾਹਮਣੇ ਇੱਕ ਪਾਸੇ ਹਨੇਰੀ ਕਾਲੀ ਭੀੜ ਸੁਰੰਗ ਵਿੱਚ ਗੁਆਚਦੀ ਸੜਕ ਹੈ, ਦੂਜੇ ਪਾਸੇ ਰੋਸ਼ਨੀਆਂ ਨਾਲ ਜਗਮਗ ਕਰ ਰਹੇ ਸ਼ਹਿਰ ਅਤੇ ਉਸ ਦੀ ਮਾਂ ਸਕੂਲ ਦੇ ਘਰ ਹਨ, ਤਾਂ ਚਾਨਣੇ ਪਾਸੇ ਵੱਲੋਂ ਤੁਰ ਪੈਂਦਾ ਹੈ। ਦ੍ਰਿੜ ਫੈਸਲਾ ਕਰ ਲੈਂਦਾ ਕਿ ਉਹ ਆਪਣੇ ਟੀਚਰ ਇਕਬਾਲ ਦੇ ਡੈਡੀ ਬਾਬਾ ਜੀ ਦੇ ਦੱਸੇ ਰਾਹ ਉੱਤੇ ਤੁਰਦਾ ਆਪਣੇ ਵਿੱਚ ਵਿਸ਼ਵਾਸ ਭਰੇਗਾ, ਸਵੈਮ ਵਿਸ਼ਵਾਸ ਭਰੇਗਾ। ਅਤੇ ਇਹ ਸ਼ਾਇਦ ਉਸ ਦੇ ਪਿਛਲੇ ਅਨੁਭਵ ਦਾ ਨਿਚੋੜ ਹੀ ਸੀ ਕਿ ਉਹ ਹੁਣ ਇੱਕ ਜ਼ਿੰਮੇਵਾਰ ਬਣਨ ਲਈ ਸੋਚਦਾ ਹੈ। ਘੋਗਾ ਜੋ ਕਿ ਮੁੱਖ ਚਿੱਤਰ ਹੈ, ਜੋ ਆਪਣਾ ਮੁੱਖ ਚਿੱਤਰਨ ਹੈ, ਇਸ ਦਾ ਮੁੱਖ ਪਾਤਰ ਹੈ ਇਸ ਦਾ, ਤਾਂ ਇਹਦੇ ਬਾਰੇ ਬੱਚਿਓ ਅਸੀਂ ਪੜ੍ਹਿਆ ਹੈ। ਘੋਗੇ ਦਾ ਚਰਿੱਤਰ, ਇਸ ਤੋਂ ਇਲਾਵਾ ਹੋਰ ਵੀ ਕਈ ਚਿੱਤਰ ਹਨ, ਪਾਤਰ ਹਨ, ਉਹਨਾਂ ਬਾਰੇ ਵੀ ਅਸੀਂ ਥੋੜ੍ਹਾ ਪੜ੍ਹ ਰਹੇ ਹਾਂ। ਇਕਬਾਲ ਦੇ ਡੈਡੀ ਇੱਕ ਵਿਦਵਾਨ ਅਤੇ ਸਿਆਣਾ ਆਦਮੀ ਹੈ, ਉਹਨੂੰ ਚੰਗੀਆਂ ਮੱਤਾਂ ਦਿੰਦਾ ਹੈ। ਨਾਵਲ ਵਿੱਚ ਘੋਗੇ ਇਕਬਾਲ ਅਤੇ ਸਤੀਸ਼ ਨਾਲ ਉਹਦੀਆਂ ਦੁਆਰਾ ਕੀਤੀ ਗੱਲਾਂ ਬਾਤਾਂ ਅਤੇ ਵਿਦਵਤਾ ਅਤੇ ਸਿਆਣਪ ਵੀ ਝਲਕਦੀ ਹੈ। ਤਰਕਸ਼ੀਲ ਸਭਾ ਦਾ ਸਿਰਜਕ ਹੈ।
ਤਰਕਸ਼ੀਲ ਹੈ ਜੋ ਕਿ ਪ੍ਰੇਤ ਭੂਤ ਜਾਦੂ ਟੋਣਿਆਂ ਕਰਾਮਤ ਦਾ ਖੰਡਨ ਕਰਦਾ ਹੈ, ਜੋ ਕਿ ਤਰਕਸ਼ੀਲ ਹੁੰਦਾ ਹੈ ਜੋ ਇਹ ਚੀਜ਼ਾਂ ਦਾ ਵਿਰੋਧ ਕਰਦਾ ਹੈ। ਉਹ ਭੂਤ ਪ੍ਰੇਤ ਜਾਦੂ ਟੋਣੇ ਇਹ ਚੀਜ਼ਾਂ ਨੂੰ ਨਹੀਂ ਮੰਨਦੇ, ਤਾਂ ਉਹ ਵੀ ਇਹਨੂੰ ਸਮਝਾਉਂਦੇ ਕਿ ਇਹਨਾਂ ਵਿੱਚ ਕੁਛ ਨਹੀਂ ਪਿਆ। ਉਹਨਾਂ ਨੇ ਹੀ ਕਾਲਜ ਦੇ ਮੁੰਡਿਆਂ ਨਾਲ ਨਹਿਰ ਦੇ ਪੁਲ ਕੋਲ ਬੈਠੇ ਉਸ ਧੂਣੀ ਵਾਲੇ ਸਾਧ ਨੂੰ, ਜਿਸ ਨੇ ਘੋਗੇ ਨੂੰ ਤਬੀਤ ਅਤੇ ਮੰਤਰ ਦੇ ਕੇ ਠੱਗਿਆ ਸੀ, ਕੁੱਟ-ਕੁੱਟ ਕੇ ਉਸ ਨੂੰ ਹੀ ਭਜਾ ਦਿੱਤਾ ਸੀ। ਤਰਕ ਨਾਲ ਗੱਲ ਸਮਝਾਉਣ ਵਾਲਾ। ਇਕਬਾਲ ਦੇ ਡੈਡੀ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਅਤੇ ਸੰਤ ਸਾਧਾਂ ਦੇ ਜਾਦੂ ਟੋਣਿਆਂ ਦਾ ਭਾਂਡਾ ਭੰਨਣ ਲਈ ਤਰਕ ਤੋਂ ਕੰਮ ਲੈਂਦੇ ਹਨ। ਉਹਨਾਂ ਘੋਗੇ ਨੂੰ ਵੀ ਤਰਕ ਦਲੀਲਾਂ ਮਿਸਾਲਾਂ ਨਾਲ ਸਮਝਾਇਆ ਕਿ ਸੋਨ ਕਾਟੋ ਅਸਲ ਵਿੱਚ ਕੋਈ ਚੀਜ਼ ਨਹੀਂ ਹੈ, ਬਲਕਿ ਉਸਦੇ ਮਨ ਦੀ ਹੀ ਇੱਕ ਉਪਜ ਹੈ। ਇਹ ਇੱਕ ਮਨੋਵਿਗਿਆਨਿਕ ਅਤੇ ਕਾਲਪਨਿਕਤਾ ਹੈ, ਜਦਕਿ ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਇੱਕ ਪਾਤਰ ਹੈ ਇਸ ਦਾ ਬਾਬਾ ਜੀ। ਬਾਬਾ ਜੀ ਗੁਆਚਿਆ ਮੁੰਡਾ ਨਾਵਲ ਦਾ ਮਹੱਤਵਪੂਰਨ ਪਾਤਰ ਹੈ। ਵਿਗਿਆਨਿਕ ਖੋਜ ਕੇਂਦਰ ਦਾ ਸੰਸਥਾਪਕ ਹੈ। ਕੇਂਦਰ ਵਿੱਚ ਕੰਮ ਕਰਨ ਵਾਲੇ ਉਹਨਾਂ ਨੂੰ ਗੁਰੂ ਜੀ ਕਹਿੰਦੇ ਹਨ ਅਤੇ ਪਹਿਲਾਂ ਉਸੇ ਖੇਤਰ ਵਿੱਚ ਸੀ ਜਿੱਥੇ ਘੋਗੇ ਦਾ ਘੁੰਮਣ ਫਿਰਨ ਸੀ, ਮਗਰ ਉਹ ਆਪਣਾ ਕੰਮ ਇੱਥੇ ਠੀਕ ਤਰ੍ਹਾਂ ਚੱਲਦਾ ਨਾ ਦੇਖ ਕੇ ਆਪਣਾ ਕੇਂਦਰ ਅਣਦੱਸੇ ਪਹਾੜੀ ਸਥਾਨ ਉੱਤੇ ਲੈ ਗਿਆ। ਸਰੀਰਕ ਰੂਪ ਰੇਖਾ। ਜਦੋਂ ਘੋਗਾ ਉਹਨਾਂ ਨੂੰ ਮਿਲਿਆ ਤਾਂ ਚਿੱਟਾ ਚੋਲਾ ਉਹਨਾਂ ਨੇ ਪਾਇਆ ਹੋਇਆ ਸੀ, ਚਿੱਟੀਆਂ ਲੰਬੀਆਂ ਦਾੜ੍ਹੀਆਂ, ਮੁੱਛਾਂ ਵਿੱਚ ਉਹਨਾਂ ਦਾ ਚਿਹਰਾ ਦਗਦਗ ਕਰ ਰਿਹਾ ਸੀ। ਉਹਨਾਂ ਨੂੰ ਆਪਣੇ ਵੱਲ ਵਾਹ ਸਵਾਰ ਕੇ ਪਿੱਛੇ ਸੁੱਟੇ ਹੋਏ ਸਨ। ਬਾਲ ਸਵਾਰ ਕੇ, ਯਾਨੀ ਕਿ ਬਾਲ ਆਪਣੇ ਵਾਹ ਕੇ ਸਵਾਰ ਕੇ ਪਿੱਛੇ ਨੂੰ ਸੁੱਟੇ ਹੋਏ ਸਨ, ਜਿਵੇਂ ਕਿ ਉਹ ਇੱਕ ਵੱਡੇ ਮਹਾਂਪੁਰਖ ਜਾਪਦੇ ਸਨ। ਪ੍ਰਕਿਰਤੀ ਦਾ ਪ੍ਰੇਮੀ ਸੀ ਉਹ। ਇੱਕ ਵਿਗਿਆਨਿਕ ਖੋਜੀ ਸੀ। ਪ੍ਰਯੋਗਸ਼ਾਲਾ ਉਸਨੇ ਆਪਣੀ ਬਣਾਈ ਸੀ, ਖੋਜ ਕੇਂਦਰ ਜੋ ਸੀ ਉਹ ਬਣਾਇਆ ਹੋਇਆ ਸੀ। ਇੱਕ ਪ੍ਰਵੀਨ ਅਤੇ ਸੂਝਵਾਨ ਡਾਕਟਰ ਸੀ ਉਹ ਘੋਗੇ ਨਾਲ 2-4 ਗੱਲਾਂ ਕਰਕੇ ਉਸਦੇ ਮੂੰਹੋਂ ਪੜ੍ਹਾਈ ਨਾ ਕਰ ਸਕਣ ਅਤੇ ਸੋਨ ਕਾਟੋ ਨੂੰ ਲੱਭਣ ਦੀ ਗੱਲ ਸੁਣ ਕੇ ਝੱਟ ਹੀ ਸਮਝ ਗਿਆ ਸੀ ਘੋਗਾ ਅਸਲ ਵਿੱਚ ਆਪ ਕੁਛ ਨਹੀਂ ਕਰਨਾ ਚਾਹੁੰਦਾ, ਬਲਕਿ ਉਹ ਸਭ ਕੁਝ ਪੱਕਿਆ ਪਕਾਇਆ ਭਾਲਦਾ ਹੈ। ਤਾਂ ਉਸ ਨੂੰ ਉਹ ਘੋਗੇ ਦੀ ਇਸ ਮਨ ਅਵਸਥਾ ਨੂੰ ਸਮਝ ਕੇ ਇੱਕ ਬਰੀਕ ਬਰੀਕ ਗੋਲੀਆਂ ਦਿੱਤੀਆਂ ਅਤੇ ਖਾਣ ਲਈ ਇਹੋ ਜਿਹਾ ਢੰਗ ਦੱਸਿਆ ਜਿਸ ਨਾਲ ਉਸ ਦੇ ਅੰਦਰ ਇੱਕ ਵਿਸ਼ਵਾਸ ਪੈਦਾ ਹੋ ਜਾਵੇ। ਸੋਨ ਕਾਟੋ ਅਤੇ ਦਵਾਈ ਤੋਂ ਬਿਨਾਂ ਹੀ ਇਕਾਗਰ ਹੋ ਕੇ ਉਹ ਪੜ੍ਹਾਈ ਕਰ ਸਕੇ। ਬੇਸ਼ੱਕ ਘੋਗੇ ਦੀ ਗਲਤੀ ਨਾਲ ਪਹਿਲਾਂ ਤਾਂ ਇਸ ਅਵਸਥਾ ਦਾ ਪ੍ਰਾਪਤ ਨਾ ਕਰ ਸਕਿਆ, ਪਰੰਤੂ ਉਮਰ ਦੇ ਵਿਕਾਸ ਅਤੇ ਤਜਰਬੇ ਨੇ ਹੀ ਉਸ ਨੂੰ ਸਮਝਣ ਉੱਤੇ ਮਜਬੂਰ ਕਰ ਦਿੱਤਾ ਸੀ ਅਤੇ ਸਵੈਮ ਵਿਸ਼ਵਾਸ ਘੋਗੇ ਵਿੱਚ ਭਰ ਦਿੱਤਾ ਸੀ। ਵਹਿਮਾਂ ਭਰਮਾਂ ਤੋਂ ਮੁਕਤ ਅਤੇ ਤਰਕਸ਼ੀਲ। ਵਿਗਿਆਨਿਕ ਸੋਚ ਹੋਣ ਦੇ ਕਾਰਨ ਬਾਬਾ ਜੀ ਵਹਿਮਾਂ ਭਰਮਾਂ ਤੋਂ ਮੁਕਤ ਸਨ। ਬਾਬਾ ਜੀ ਨੇ ਘੋਗੇ ਨੂੰ ਜਿਹੜਾ ਉਹਨਾਂ ਦੇ ਕੇਂਦਰ ਗੇਟ ਅੰਦਰ ਪ੍ਰਵੇਸ਼ ਕਰਨ ਸਮੇਂ ਗੇਟ 'ਤੇ ਆਵਾਜ਼ ਆਉਣ, ਗੇਟ ਆਪਣੇ ਖੁੱਲ੍ਹਣ ਅਤੇ ਬੰਦ ਹੋਣ 'ਤੇ ਸੁਣਾਈ ਦਿੱਤੀ ਗੀਤ ਤੋਂ ਬਿਨਾਂ ਜਾਦੂਗਰ ਸਮਝਣ ਲੱਗਾ ਸੀ। ਸਭ ਕੁਝ ਪ੍ਰਤੱਖ ਵਿਖਾ ਕੇ ਉਹਨਾਂ ਦਾ ਭਰਮ ਮਿਟਾ ਦਿੱਤਾ ਸੀ ਕਿ ਜੇ ਤੂੰ ਵੀ ਮਿਹਨਤ ਕਰੇ, ਮਿਹਨਤ ਲਾ ਕੇ ਪੜ੍ਹੇ ਤਾਂ ਤੂੰ ਵੀ ਇੱਕ ਚਮਤਕਾਰ ਪੈਦਾ ਕਰ ਸਕਦਾ ਹੈ। ਤਾਂ ਇਹਨਾਂ ਨੇ ਵੀ ਵਹਿਮਾਂ ਭਰਮਾਂ ਤੋਂ ਦੂਰ ਰੱਖ ਕੇ ਘੋਗੇ ਨੂੰ ਸਵੈਮ ਵਿਸ਼ਵਾਸ ਜਗਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਬਹੁਤ ਚੰਗਾ ਇਨਸਾਨ ਬਣਾਉਣ ਵਿੱਚ ਵੀ ਇਹਨਾਂ ਨੇ ਵੀ ਆਪਣਾ ਫਰਜ਼ ਨਿਭਾਇਆ। ਇੱਕ ਇਸ ਦਾ ਪਾਤਰ ਹੈ ਇਕਬਾਲ। ਇਕਬਾਲ ਦਾ ਚਰਿੱਤਰ ਚਿਤਰਨ ਅਸੀਂ ਕਰ ਰਹੇ ਹਾਂ। ਇਕਬਾਲ ਗੁਆਚਿਆ ਮੁੰਡਾ ਨਾਵਲ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਘੋਗੇ ਦਾ ਦੋਸਤ ਹੈ, ਤਰਕਸ਼ੀਲ ਵਿਦਵਾਨਾਂ ਅਤੇ ਸਿਆਣੇ ਬਾਪ ਦਾ ਪੁੱਤਰ ਹੈ। ਨਾਵਲ ਦੇ ਮੁੱਖ ਪਾਤਰ ਘੋਗੇ ਦਾ ਜਮਾਤੀ ਵੀ ਹੈ। ਉਹ ਨਾਵਲ ਵਿੱਚੋਂ ਉਸ ਦੇ ਚਰਿੱਤਰ ਦੇ ਹੇਠ ਲਿਖੇ ਕੁਝ ਪੱਖ ਵੀ ਹਨ। ਇੱਕ ਜ਼ਿੰਮੇਵਾਰ ਦੋਸਤ ਹੈ, ਉਹ ਉਸ ਨੂੰ ਸਮਝਾਉਂਦਾ ਵੀ ਹੈ ਅਤੇ ਜੋ ਉਸ ਦੀ ਮਾਨਸਿਕ ਅਵਸਥਾ ਘੋਗੇ ਦੀ ਵਿਗੜ ਚੁੱਕੀ ਹੈ ਉਸ ਨੂੰ ਵੀ ਸੁਝਾਉਂਦਾ। ਉਹ ਜਦੋਂ ਘੋਗਾ ਕੁਛ ਦਿਨ ਸਕੂਲ ਨਹੀਂ ਜਾਂਦਾ, ਬਿਮਾਰ ਹੁੰਦਾ, ਤਾਂ ਇਕੱਲਾ ਜਾਂ ਉਸ ਦੇ ਦੂਸਰੇ ਦੋਸਤ ਸਤੀਸ਼ ਨਾਲ ਉਸ ਦਾ ਪਤਾ ਕਰਨ ਲਈ ਵੀ ਘਰ ਆਉਂਦੇ ਹਨ। ਉਹ ਉਸ ਨੂੰ ਜਾਦੂ ਟੋਨਿਆਂ ਪਿੱਛੇ ਭਟਕਣ ਤੋਂ ਵਰਜਦਾ ਹੋਇਆ ਕਹਿੰਦਾ ਕਿ ਦੇਖ ਘੋਗੇ, ਮੂਰਖਾਂ ਵਾਲੀਆਂ ਗੱਲਾਂ ਛੱਡ ਕੇ ਸਕੂਲ ਜਾਇਆ ਕਰ। ਉਹੀ ਹੀ ਘੋਗੇ ਨੂੰ ਮਾਨਸਿਕ ਭਟਕਣ ਅਤੇ ਨਿਰਾਸ਼ਤਾ ਵਿੱਚੋਂ ਕੱਢਣ ਲਈ ਆਪਣੇ ਤਰਕਸ਼ੀਲ ਬਾਪ ਨਾਲ ਮਿਲਾਉਂਦਾ ਹੈ। ਤਰਕਸ਼ੀਲ ਅਤੇ ਵਹਿਮਾਂ ਭਰਮਾਂ ਤੋਂ ਮੁਕਤ ਹੈ ਉਹ, ਕਿਉਂਕਿ ਤਰਕਸ਼ੀਲ ਦਾ ਪੁੱਤਰ ਹੈ ਉਹ। ਤਾਂ ਇਹ ਚੀਜ਼ਾਂ ਨੂੰ ਉਹਨੂੰ ਪਤਾ ਹੈ ਕਿ ਇਹ ਚੀਜ਼ਾਂ ਜੋ ਹੈ ਦਿਮਾਗ ਖਰਾਬ ਕਰਦੀਆਂ ਹਨ। ਤਰਕ ਨਾਲ ਗੱਲ ਕਰਨ ਵਾਲਾ ਹੈ ਘੋਗੇ ਅਤੇ ਆਪਣੇ ਡੈਡੀ ਨਾਲ ਬੜੇ ਤਰਕ ਨਾਲ ਗੱਲ ਕਰਦਾ ਹੈ। ਉਹਨਾਂ ਦੇ ਉੱਤਰਾਂ ਵਿੱਚੋਂ ਪ੍ਰਸ਼ਨ ਪੈਦਾ ਕਰਕੇ ਉੱਤਰ ਮੰਗਦਾ ਹੈ। ਇੱਕ ਚੰਗਾ ਵਿਦਿਆਰਥੀ ਵੀ ਹੈ ਇਕਬਾਲ। ਇੱਕ ਬਹੁਤ ਚੰਗਾ ਵਿਦਿਆਰਥੀ, ਹਰ ਰੋਜ਼ ਸਕੂਲ ਜਾਂਦਾ ਹੈ। ਹੋਮਵਰਕ ਜੋ ਲਿਖ ਕੇ ਲਿਆਉਂਦਾ ਉਸ ਨੂੰ ਪੂਰਾ ਕਰਕੇ ਲਿਆਉਂਦਾ ਹੈ। ਅੱਗੇ ਹੈ ਘੋਗੇ ਦੀ ਮਾਂ ਦਾ ਚਿੱਤਰਨ ਜੋ ਹੈ। ਗੁਆਚਿਆ ਮੁੰਡਾ ਨਾਵਲ ਵਿੱਚ ਮਾਂ ਮਹੱਤਵਪੂਰਨ ਪਾਤਰ ਹੈ। ਉਹ ਇਸ ਦੇ ਮੁੱਖ ਪਾਤਰ ਘੋਗੇ ਦੀ ਮਾਂ ਹੈ, ਵਿਧਵਾ ਹੈ ਅਤੇ
ਲੋਕਾਂ ਦੇ ਕੱਪੜੇ ਸਿਉਂ ਕੇ ਘਰ ਦਾ ਗੁਜ਼ਾਰਾ ਕਰਦੀ ਹੈ। ਸਵੈਮ ਵਿਸ਼ਵਾਸ ਅਤੇ ਮਿਹਨਤ ਨੂੰ ਮਹੱਤਵ ਦਿੰਦੀ ਹੈ ਉਹ। ਇਸੇ ਕਰਕੇ ਘੋਗੇ ਨੂੰ ਵੀ ਕਹਿੰਦੀ ਹੈ ਕਿ ਤੂੰ ਮਿਹਨਤ ਕਰਕੇ ਪੜ੍ਹਿਆ ਕਰ, ਪਰ ਉਹ ਨਹੀਂ ਪੜ੍ਹਦਾ। ਉਹ ਆਪਣੇ ਪੁੱਤਰ ਨੂੰ ਕਿਸੇ ਗੁਰੂ ਪੀਰ ਉੱਪਰ ਟੇਕ ਰੱਖਣ, ਅਵਾਰਾਗਰਦੀ ਕਰਨ ਅਤੇ TV ਵੇਖਣ ਵੱਲੋਂ ਵਰਜਦੀ ਹੋਈ ਕਹਿੰਦੀ ਕਿ ਕਾਕਾ, ਗੁਰੂ ਪੀਰ ਵੀ ਤਾਂ ਸਹਾਈ ਹੁੰਦੇ ਹਨ ਜੇਕਰ ਅਸੀਂ ਖੁਦ ਮਿਹਨਤ ਕਰੀਏ। ਜੇ ਹੱਥ 'ਤੇ ਹੱਥ ਧਰ ਕੇ ਬੈਠੇ ਰਹਾਂਗੇ, TV ਦੇਖਦੇ ਰਹਾਂਗੇ, ਅਵਾਰਾਗਰਦੀ ਕਰਦੇ ਫਿਰੋਂਗੇ, ਤਾਂ ਫਿਰ ਗੁਰੂ ਪੀਰ ਵੀ ਕੀ ਕਰਨਗੇ। ਤੈਨੂੰ ਆਪਣੀ ਮਿਹਨਤ ਵੀ ਕਰਨੀ ਪੈਣੀ ਹੈ। ਅੰਧ ਵਿਸ਼ਵਾਸਾਂ ਤੋਂ ਰਹਿਤ ਤਾਂ ਕਿਸੇ ਅੰਧ ਵਿਸ਼ਵਾਸ ਵਿੱਚ ਨਹੀਂ ਪੈਂਦੀ, ਪਰ ਉਸਦਾ ਜੋ ਬੱਚਾ ਹੈ ਘੋਗਾ, ਉਹ ਅੰਧ ਵਿਸ਼ਵਾਸਾਂ ਵਿੱਚ ਹੀ ਉਲਝਿਆ ਹੋਇਆ ਹੈ ਅਤੇ ਸੋਚਦਾ ਹੈ ਕਿ ਅੰਧ ਵਿਸ਼ਵਾਸਾਂ ਨਾਲ ਹੀ ਮੇਰਾ ਸਕੂਲ ਦਾ ਕੰਮ ਵੀ ਕਰਾਇਆ ਮਿਲ ਜਾਏਗਾ ਅਤੇ ਸਾਰਾ ਕੰਮ ਵੀ ਹੋ ਜਾਏਗਾ। ਫਜ਼ੂਲ TV ਪ੍ਰੋਗਰਾਮਾਂ ਨੂੰ ਦੇਖਣਾ ਉਹ ਪਸੰਦ ਨਹੀਂ ਕਰਦੀ, ਬਲਕਿ ਆਪਣੇ ਬੱਚੇ ਨੂੰ, ਘੋਗੇ ਨੂੰ ਵੀ ਰੋਕਦੀ ਹੈ। ਉਸਨੂੰ ਵੀ ਕਹਿੰਦੀ ਹੈ, ਉਸਨੂੰ ਫਜ਼ੂਲ TV ਪ੍ਰੋਗਰਾਮ ਪਸੰਦ ਨਹੀਂ। ਉਹ TV ਨੂੰ ਚਿੰਬੜੀ ਬੈਠੇ ਘੋਗੇ ਨੂੰ ਵੇਖ ਕੇ ਕਹਿੰਦੀ ਹੈ, ਲੈ ਇਹ ਕੀ ਸਵਾਦ ਹੋਇਆ, ਘਸੁੰਨ ਮੁੱਕੀ ਹੋਈ ਜਾਂਦੇ ਨੇ, ਬਾਂਦਰਾਂ ਵਾਂਗੂ ਟਪੂਸੀਆਂ ਮਾਰ ਕੇ ਨੱਚੀ ਜਾਂਦੇ ਨੇ, ਪੜ੍ਹਾਈ ਲਿਖਾਈ ਵਾਲੀ ਕੋਈ ਗੱਲ ਹੈ ਇਸ ਵਿੱਚ। ਉਸਨੂੰ ਸਮਝਾਉਂਦੀ ਹੈ। ਪੁੱਤਰ ਦੇ ਭਵਿੱਖ ਲਈ ਉਹ ਫਿਕਰਮੰਦ ਹੈ। ਉਸਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਘਰ ਦਾ ਕੰਮ ਚਲਾ ਰਹੀ ਹੈ, ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚਲਾ ਰਹੀ ਹੈ, ਕਿਸ ਤਰ੍ਹਾਂ ਲੋਕਾਂ ਦੇ ਕੱਪੜੇ ਸੀ ਕੇ ਖਰਚਾ ਚਲਾਉਂਦੀ ਹੈ। ਉੱਥੇ ਉਸਦੀ ਪੜ੍ਹਾਈ ਵਿੱਚ ਖਰਚਾ ਉਹ ਖੁਦ ਵੀ ਕਰਦੀ ਹੈ ਅਤੇ ਉਸਦੇ ਭਵਿੱਖ ਬਾਰੇ ਗੱਲਾਂ ਕਰਦੀ ਹੈ ਕਿ ਉਸ ਦੀਆਂ ਅੱਖਾਂ ਵੀ ਭਰ ਆਉਂਦੀਆਂ ਹਨ ਕਿ ਪੁੱਤ ਤੂੰ ਇਹ ਚੀਜ਼ਾਂ ਨੂੰ ਛੱਡ ਕੇ ਪੜ੍ਹਾਈ ਕਰ, ਮਿਹਨਤ ਕਰ। ਮੋਹ ਪਿਆਰ ਨਾਲ ਪੇਸ਼ ਆਉਣ ਵਾਲੀ ਹੈ। ਘੋਗੇ ਦੀ ਮਾਂ ਜਦੋਂ ਇਕਬਾਲ ਜਾਂ ਸਤੀਸ਼ ਵਰਗੇ ਉਸਦੇ ਦੋਸਤ ਉਸਦੇ ਘਰ ਮਿਲਣ ਲਈ ਉਸਨੂੰ ਆਉਂਦੇ ਹਨ ਤਾਂ ਉਹ ਨਾਲ ਬੜੇ ਮੋਹ ਨਾਲ ਗੱਲ ਕਰਦੀ ਹੈ ਅਤੇ ਆਸ਼ੀਸ਼ਾਂ ਦਿੰਦੀ ਹੈ। ਉਹਨਾਂ ਨੂੰ ਪਾਣੀ ਧਾਣੀ ਪਿਲਾਉਂਦੀ ਰਹਿੰਦੀ ਹੈ ਕਿ ਉਹਨਾਂ ਦੇ ਘਰ ਵਿੱਚ ਆਉਣ ਨਾਲ ਰੌਣਕ ਲੱਗ ਜਾਂਦੀ ਹੈ ਅਤੇ ਉਹ ਬਹੁਤ ਹੀ ਮੋਹ ਭਾਵ ਦਿਖਾਉਣ ਵਾਲੀ ਹੈ ਔਰਤ ਹੈ। ਸਾਧ ਦਾ ਚਿੱਤਰਨ ਹੈ ਇਸ ਵਿੱਚ। ਇਸ ਦਾ ਇੱਕ ਅੰਤਿਮ ਚਰਿੱਤਰ ਚਿੱਤਰਨ ਹੈ ਸਾਧ। ਸਰੀਰਕ ਰੂਪ ਰੇਖਾ। ਸਾਧ ਦਾ ਸਰੀਰ ਮੋਟਾ ਅਤੇ ਰੰਗ ਬਹੁਤ ਕਾਲਾ ਸੀ। ਉਸਦੇ ਪਿੰਡੇ ਉੱਤੇ ਚਿੱਟੀ ਸੁਆਹ ਮਲੀ ਹੋਈ ਸੀ। ਇੰਝ ਜਾਪਦਾ ਸੀ ਜਿਵੇਂ ਵੱਡੀ ਜਾਮਨ ਉੱਤੇ ਲੂਣ ਭੁੱਕਿਆ ਹੋਵੇ। ਉਸਨੂੰ ਮੱਥੇ ਉੱਤੇ ਵੱਡਾ ਸਾਰਾ ਸੰਧੂਰ ਦਾ ਟਿੱਕਾ ਲੱਗਿਆ ਹੋਇਆ ਸੀ। ਉਸਦੇ ਸਿਰ ਵਾਲ ਮੋਟੀਆਂ ਰੱਸੀਆਂ ਵਰਗੇ ਸਨ, ਜੋ ਉਸਦੇ ਵਾਲ ਸਨ, ਜਿਨ੍ਹਾਂ ਨੂੰ ਉਸਨੇ ਸਿਰ ਉੱਤੇ ਵੱਡਾ ਸਾਰਾ ਜੂੜਾ ਕਰਕੇ ਬੰਨ੍ਹਿਆ ਹੋਇਆ ਸੀ। ਅੱਖਾਂ ਉਸਦੀਆਂ ਮੋਟੀਆਂ ਸਨ, ਮੋਟੀਆਂ ਅਤੇ ਲਾਲ ਸਨ। ਉਸਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸਨੇ ਕਈ ਵਰ੍ਹਿਆਂ ਤੋਂ ਸਰੀਰ ਉੱਤੇ ਪਾਣੀ ਨਾ ਪਾਇਆ ਹੋਵੇ। ਉਹ ਚਟਾਈ ਉੱਤੇ ਚੌਂਕੜੀ ਮਾਰ ਕੇ ਬੈਠਾ ਸੀ। ਉਸਨੇ ਸੱਜੇ ਹੱਥ ਤ੍ਰਿਸ਼ੂਲ ਗੱਡਿਆ ਹੋਇਆ ਸੀ। ਉਸਦੇ ਸਾਹਮਣੇ ਧੂਣੀ ਧੁੱਖ ਰਹੀ ਸੀ। ਚੁਸਤ ਚਲਾਕ ਅਤੇ ਠੱਗ ਹੈ, ਬਹੁਤ ਜ਼ਿਆਦਾ ਚੁਸਤ ਚਲਾਕ ਹੈ। ਉਹ ਘੋਗੇ ਨੂੰ ਬਾਗ ਵਿੱਚ ਨਹਿਰ ਨੇੜੇ ਘੁੰਮਦਾ ਦੇਖ ਕੇ ਸਮਝ ਲੈਂਦਾ ਹੈ ਕਿ ਕੋਈ ਸਕੂਲੋਂ ਭੱਜਿਆ ਮੁੰਡਾ ਹੈ। ਕਿਸੇ ਦੇ ਸਕੂਲ ਭੱਜਣ ਦਾ ਕਾਰਨ ਉਸਦਾ ਪੜ੍ਹਾਈ ਵਿੱਚ ਕਮਜ਼ੋਰ ਹੋਣਾ ਜਾਂ ਅਧਿਆਪਕਾਂ ਦੀ ਮਾਰਕੁੱਟ ਹੋ ਸਕਦੀ ਹੈ। ਘੋਗੇ ਨੂੰ ਇਹ ਗੱਲਾਂ ਕਹਿ ਕੇ ਪ੍ਰਭਾਵਿਤ ਕੀਤਾ ਅਤੇ ਆਪਣੇ ਜਾਲ ਵਿੱਚ ਵੀ ਫਸਾ ਲਿਆ ਅਤੇ ਕਹਿੰਦਾ ਹੈ ਕਿ ਉਸ ਕੋਲੋਂ ਘੜੀ, ਪੈਨ ਅਤੇ 5 ਰੁਪਏ ਠੱਗ ਲੈਂਦਾ ਹੈ। ਨਾਲ ਹੀ ਕਹਿੰਦਾ ਕਿ ਉਹ ਕਿਸੇ ਨੂੰ ਇਸ ਬਾਰੇ ਕੁਛ ਨਾ ਦੱਸੇ। ਪਖੰਡੀ ਹੈ ਇਹ ਸਾਧ, ਜੋ ਹੈ ਬਹੁਤ ਜ਼ਿਆਦਾ ਪਖੰਡੀ ਹੈ। ਉਹਦੇ ਹੁਲੀਏ ਤੋਂ ਇਹ ਪੂਰਾ ਤੇ ਪਹੁੰਚਿਆ ਹੋਇਆ ਸਾਧ ਜਾਪਦਾ ਹੈ, ਪਰ ਉਹ ਆਪਣੇ ਇਸ ਪਖੰਡ ਨੂੰ ਜ਼ਿਆਦਾ ਦੇਰ ਤੱਕ ਨਹੀਂ ਲੁਕੋ ਸਕਦਾ। ਲੋਕਾਂ ਨੂੰ ਉਹਨਾਂ ਦੇ ਕਸ਼ਟ ਨਿਵਾਰਨ ਲਈ ਤਬੀਤ ਅਤੇ ਯੰਤਰ ਦੇ ਕੇ ਠੱਗਦਾ ਵੀ ਹੈ। ਤਰਕਸ਼ੀਲ ਉਸਦੇ ਪਖੰਡ ਅਤੇ ਠੱਗੀ ਦਾ ਭਾਂਡਾ ਭੰਨ ਕੇ ਕੁੱਟ ਕੇ ਉਸਨੂੰ ਭਜਾ ਵੀ ਦਿੰਦੇ ਹਨ। ਇਸ ਦੇ ਕੁਝ ਛੋਟੇ ਪ੍ਰਸ਼ਨ ਹਨ ਬੱਚੋ, ਜੋ ਕਿ ਤੁਸੀਂ ਖੁਦ ਨੇ ਪੜ੍ਹਨੇ ਹਨ। ਅਤੇ ਨਾਵਲ ਜੋ ਹੈ ਕਿ ਇੱਕ ਬਹੁਤ ਜ਼ਿਆਦਾ ਸਾਨੂੰ ਸਿਕਸ਼ਾ ਦੇਣ ਵਾਲਾ ਹੈ ਕਿ ਸਾਨੂੰ ਕਿਸ਼ੋਰ ਅਵਸਥਾ, ਚਾਹੇ ਅਵਸਥਾ ਕੋਈ ਵੀ ਹੋਵੇ, ਜਾਦੂ ਟੋਣੇ, ਅੰਧ ਵਿਸ਼ਵਾਸ, ਤਵੀਤਾਂ, ਇਹਨਾਂ ਚੱਕਰਾਂ 'ਚ ਸਾਨੂੰ ਨਹੀਂ ਪੈਣਾ ਚਾਹੀਦਾ ਅਤੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਖੁਦ ਦੀ ਮਿਹਨਤ ਕਰਨੀ ਚਾਹੀਦੀ ਹੈ। ਜਦੋਂ ਤੱਕ ਅਸੀਂ ਮਿਹਨਤ ਨਹੀਂ ਕਰਾਂਗੇ, ਪੱਕਾ ਪਕਾਇਆ ਸਾਨੂੰ ਕੁਛ ਨਹੀਂ ਮਿਲੇਗਾ। ਅਗਰ ਅਸੀਂ ਅੰਧ ਵਿਸ਼ਵਾਸਾਂ ਵਿੱਚ ਹੀ ਫਿਰਦੇ ਰਹੇ ਤਾਂ ਗੁਆਚਿਆ ਮੁੰਡਾ ਵਾਂਗ ਹੀ ਅਸੀਂ ਵੀ ਗੁਆਚੇ ਰਵਾਂਗੇ। ਬਲਕਿ ਸਾਨੂੰ ਹਮੇਸ਼ਾ ਅੱਗੇ ਵਧਣਾ ਚਾਹੀਦਾ ਹੈ, ਮਿਹਨਤ ਕਰਨੀ ਚਾਹੀਦੀ ਹੈ ਅਤੇ ਇਸ ਨਾਵਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਅਤੇ ਬੱਚੋ, ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰਨਾ। ਧੰਨਵਾਦ। ਤੁਹਾਡਾ ਦਿਨ ਸ਼ੁਭ ਹੋਵੇ।